हेलो स्टूडेंट, मेरा नाम है प्रभजोत सिंह। मैं तुहाडा टीवी स्कूल ते स्वागत करदा। असी क्लास 10th ਦਾ ਚੈਪਟਰ ਨੰਬਰ 6 ਕਰ ਰਹੇ ਸੀ ਮੈਥਸ ਦਾ, ਜਿੰਦਾ ਨਾਮ ਹੈ ਟ੍ਰਾਇੰਗਲ। ਪਿਛਲੀ ਕਲਾਸ ਦੇ ਵਿੱਚ ਅਸੀਂ ਪੜ੍ਹੀ ਸੀਗੀ ਲਾਸਟ ਇੱਕ ਥਿਓਰਮ ਕੀਤੀ ਸੀ, ਥਿਓਰਮ 6.7। ਆਪਾਂ ਇੱਕ ਵਾਰੀ ਰਿਵਾਈਜ਼ ਕਰਦੇ ਹਾਂ, ਫਿਰ ਅੱਜ ਆਪਾਂ ਨੈਕਸਟ ਥਿਓਰਮ ਕਰਾਂਗੇ ਜੋ ਕਿ ਹੈ ਪਾਇਥਾਗੋਰਸ ਥਿਓਰਮ, ਔਰ ਤੁਹਾਡੇ ਚੈਪਟਰ ਦੀ ਥਿਓਰਮ ਨੰਬਰ 6.8 ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਥਿਓਰਮ 6.7 ਰਿਵਾਈਜ਼ ਕਰਦੇ ਹਾਂ। ਉਹਦੀ ਸਟੇਟਮੈਂਟ ਕੀ ਸੀਗੀ? ਇਫ ਅ ਪਰਪੈਂਡੀਕੂਲਰ ਇਜ਼ ਡਰਾwn from a vertex of a right angle of a right angle triangle to the hypotenuse, then the triangle on the both sides of a perpendicular are similar to the whole triangle and are similar to each other। ਆਪਾਂ ਕੀ ਕੀਤਾ ਸੀਗਾ? ਇੱਕ right angle triangle ਬਣਾਇਆ ਸੀਗਾ। ਇਹ ਸਟੇਟਮੈਂਟ ਦਾ ਮਤਲਬ ਕੀ ਹੈ? ਕਹਿੰਦੇ ਇੱਕ right angle triangle ਲੋ, ਸਪੋਜ਼ ਇੱਕ ABC ਇੱਕ right angle triangle ਲਿੱਤਾ, ਔਰ ਇਹਦੇ ਰਾਈਟ ਐਂਗਲ ਤੋਂ ਇੱਕ ਪਰਪੈਂਡੀਕੂਲਰ ਡਰਾ ਕਰੋ ਇਹਦੇ ਹਾਈਪੋਟੇਨਿਊਜ਼ ਤੇ। ਸਾਨੂੰ ਪਤਾ ਹੈ ਹਾਈਪੋਟੇਨਿਊਜ਼ ਕੀ ਹੁੰਦੀ ਹੈ? ਇੱਕ ਸਭ ਤੋਂ ਲੌਂਗੈਸਟ ਸਾਈਡ ਨੂੰ ਤੁਸੀਂ ਬੋਲਦੇ ਹੋ ਹਾਈਪੋਟੇਨਿਊਜ਼, ਜਿਹੜੇ ਜਿੰਦੇ ਉੱਤੇ 90 ਡਿਗਰੀ ਗਿਰ ਰਿਹਾ ਹੁੰਦਾ ਉਹਨੂੰ ਬੋਲਦੇ ਹੋ ਬੇਸ, ਜੋ 90 ਡਿਗਰੀ ਬਣਾ ਰਿਹਾ ਹੁੰਦਾ ਉਹਨੂੰ ਤੁਸੀਂ ਬੋਲਦੇ ਹੋ ਪਰਪੈਂਡੀਕੂਲਰ। ਤਾਂ ਇਹ ਸੀ ਤੁਹਾਡਾ ਪਰਪੈਂਡੀਕੂਲਰ, ਆ ਸੀ ਹਾਈਪੋਟੇਨਿਊਜ਼ ਔਰ ਆ ਸੀ ਬੇਸ। ਤਾਂ ਕਹਿੰਦੇ ਇੱਕ 90 ਡਿਗਰੀ ਤੋਂ ਤੁਸੀਂ ਇੱਕ ਪਰਪੈਂਡੀਕੂਲਰ ਡਰਾ ਕਰੋ ਇੱਕ ਹਾਈਪੋਟੇਨਿਊਜ਼ ਉੱਤੇ। ਅਸੀਂ ਪਰਪੈਂਡੀਕੂਲਰ ਪੜ੍ਹਿਆ ਹੋਇਆ। ਪਰਪੈਂਡੀਕੂਲਰ ਦਾ ਮਤਲਬ ਕੀ ਹੁੰਦਾ ਹੈ? ਇੱਕ ਲਾਈਨ ਸੈਗਮੈਂਟ ਜੋ ਕਿ 90 ਡਿਗਰੀ ਬਣਾਉਂਦੀ ਹੋਵੇ, ਜਿੰਦੇ ਉੱਤੇ ਵੀ ਇਹ ਗਿਰੇ। ਸੋ ਇਹ ਇੱਕ ਪਰਪੈਂਡੀਕੂਲਰ ਡਰਾ ਕੀਤਾ ਸੀ ਹਾਈਪੋਟੇਨਿਊਜ਼ ਤੇ। ਤਾਂ ਇੱਥੋਂ ਦੀ ਕੀ ਰਿਜ਼ਲਟ ਆਇਆ ਸੀ? ਅਸੀਂ ਕਿਹਾ ਸੀਗਾ ਕਿ ਜਿਹੜਾ ਟ੍ਰਾਇੰਗਲ ABC ਹੈ ਉਹ ਸਿਮਿਲਰ ਹੋ ਜਾਂਦਾ ਸੀਗਾ। ਟ੍ਰਾਇੰਗਲ ਆਪਾਂ ਕੱਲ ਹੀ ਪ੍ਰੂਫ ਕੀਤਾ ਹੈ, ABC ਜਿਹੜਾ ਸੀ ਸਿਮਿਲਰ ਹੋ ਗਿਆ ਸੀ ਆਪਣੇ ਕੋਲ ਟ੍ਰਾਇੰਗਲ। ਜੇ ਸਪੋਜ਼ ਇਸ ਪੁਆਇੰਟ ਨੂੰ ਨਾਮ ਕਹਿ ਦਿੰਦੇ ਆ E, ਤਾਂ ਜਿਹੜਾ ਆਹ ਵਾਲਾ ਟ੍ਰਾਇੰਗਲ ਸੀ ਇਹਨੂੰ ਤੁਸੀਂ ਲਿਖੋਗੇ AEB, ਠੀਕ ਹੈ। ਇਸੇ ਤਰੀਕੇ ਨਾਲ ਤੁਹਾਡਾ ਟ੍ਰਾਇੰਗਲ ABC ਜਿਹੜਾ ਸੀ ਉਹ ਸਿਮਿਲਰ ਸੀਗਾ ਟ੍ਰਾਇੰਗਲ ਆਹ ਵਾਲੇ ਦੇ ਵੀ। ਸੋ C ਦੈਨ ਆਪਾਂ ਲਿਖਿਆ ਸੀ E ਤੇ A। ਤਾਂ ਇਸ ਤਰੀਕੇ ਨਾਲ ਅਸੀਂ ਕਿਹਾ A ਨਹੀਂ, ਸੌਰੀ ਇੱਥੇ ਆਊਗਾ B, ਠੀਕ ਹੈ। ਆਪਾਂ ਕਹਿ ਰਹੇ ਸੀ ਜਿਹੜਾ ਵੱਡੇ ਵਾਲਾ ਟ੍ਰਾਇੰਗਲ ਹੈ ਉਹ ਛੋਟੇ ਵਾਲੇ ਟ੍ਰਾਇੰਗਲ ਦੇ ਸਿਮਿਲਰ ਹੈ। ਇਸ ਟ੍ਰਾਇੰਗਲ ਦਾ ਨਾਮ ਕੀ ਹੈ? ABE। ਤਾਂ ਆਪਾਂ ABC ਨੂੰ ਸਿਮਿਲਰ ਕੀਤਾ ਸੀ AEB ਦੇ। ਇੱਦਾਂ ਹੀ ਜਿਹੜਾ ਵੱਡੇ ਵਾਲਾ ਟ੍ਰਾਇੰਗਲ ਹੈ ਉਹ ਸਿਮਿਲਰ ਹੋ ਗਿਆ ਸੀ ਆਪਣਾ EBC ਦੇ। ਤਾਂ EBC ਦੇ ਇਹ ਆਪਾਂ ਕੱਲ ਪ੍ਰੂਫ ਕੀਤਾ ਸੀ। ਆਲਸੋ ਨਾਲ ਹੀ ਅਸੀਂ ਕਿਹਾ ਸੀਗਾ ਕਿ ਇਹ ਦੋਨੋਂ ਟ੍ਰਾਇੰਗਲ ਛੋਟੇ ਵਾਲੇ ਟ੍ਰਾਇੰਗਲ ਵੀ ਆਪਸ ਵਿੱਚ ਕੀ ਹੋਣਗੇ? ਸਿਮਿਲਰ। ਤਾਂ AEB ਸਿਮਿਲਰ ਹੋਗਾ ਟ੍ਰਾਇੰਗਲ BEC ਦੇ, ਠੀਕ ਹੈ। ਤਾਂ ਕੱਲ ਆਪਾਂ ਇਹੀ ਥਿਓਰਮ ਕੀਤੀ ਸੀਗੀ। ਥਿਓਰਮ 6.7 ਕੀ ਕਹਿੰਦੀ ਹੈ ਕਿ ਅਗਰ ਤੁਸੀਂ ਇੱਕ ਰਾਈਟ ਐਂਗਲ ਟ੍ਰਾਇੰਗਲ ਦੇਖਦੇ ਹੋ, ਸਾਨੂੰ ਪਤਾ ਹੈ ਕਿ ਜਿਹੜਾ ਪਰਪੈਂਡੀਕੂਲਰ ਜਿਹੜਾ 90 ਡਿਗਰੀ ਬਣਾਉਂਦਾ ਹੈ ਉਹਨੂੰ ਤੁਸੀਂ ਬੋਲਦੇ ਹੋ ਪਰਪੈਂਡੀਕੂਲਰ। ਸ਼ਾਰਟ ਵਰਡ ਪਰ ਯੂਜ਼ ਕਰਦੇ ਆ P। ਜਿੰਦੇ ਉੱਤੇ ਗਿਰ ਰਹੀ ਹੁੰਦੀ ਉਹਨੂੰ ਬੋਲਦੇ ਹੋ ਬੇਸ, ਤੇ ਸਭ ਤੋਂ ਲੌਂਗੈਸਟ ਸਾਈਡ ਕੀ ਹੁੰਦੀ? ਹਾਈਪੋਟੇਨਿਊਜ਼। ਤਾਂ ਕਹਿੰਦੇ ਜੇ ਤੁਸੀਂ ਇੱਕ ਪਰਪੈਂਡੀਕੂਲਰ ਡਰਾ ਕਰੋ ਇੱਕ ਹਾਈਪੋਟੇਨਿਊਜ਼ ਉੱਤੇ, ਤਾਂ ਦੋ ਟ੍ਰਾਇੰਗਲ ਜਿਹੜੇ ਬਣਦੇ ਨੇ ਉਹ ਆਪਸ ਵਿੱਚ ਵੀ ਸਿਮਿਲਰ ਨੇ, ਪਲੱਸ ਉਹ ਵੱਡੇ ਵਾਲੇ ਟ੍ਰਾਇੰਗਲ ਦੇ ਵੀ ਕਿਨੇ ਸਿਮਿਲਰ ਨੇ। ਤਾਂ ਹੁਣ ਆਪਾਂ ਕਰਨ ਜਾ ਰਹੇ ਹਾਂ ਇਹ ਥਿਓਰਮ। ਤੁਸੀਂ ਪ੍ਰੂਫ ਇੱਕ ਵਾਰੀ ਦੁਬਾਰਾ ਦੇਖ ਲੈਣਾ। ਤਾਂ ਇਹ ਥਿਓਰਮ ਦਾ ਪ੍ਰੂਫ ਜਿਹੜਾ ਸੀ ਆਪਾਂ ਕੱਲ ਕਰ ਚੁੱਕੇ ਹਾਂ। ਅੱਜ ਜੋ ਆਪਾਂ ਕਰਨੀ ਹੈ ਉਹ ਹੈ ਥਿਓਰਮ 6.8 ਜੋ ਕਿ ਹੈ ਪਾਇਥਾਗੋਰਸ ਥਿਓਰਮ। ਸੋ ਪਾਇਥਾਗੋਰਸ ਥਿਓਰਮ ਤੁਹਾਡੀ ਮੇਨ ਨਾਮ ਹੈ ਇਹਦਾ, ਔਰ ਚੈਪਟਰ ਦੀ ਹੈ ਥਿਓਰਮ ਨੰਬਰ 6.8 ਹੈ। ਇਹਦੀ ਸਟੇਟਮੈਂਟ ਦੇਖੋ ਕੀ ਹੈ। ਕਹਿੰਦੇ ਨੇ ਇਨ ਅ ਰਾਈਟ ਐਂਗਲ ਟ੍ਰਾਇੰਗਲ, right angled triangle, the square of hypotenuse is equal to sum of squares of other two sides, ठीक है। तो ਆਪਾਂ ਕੀ ਕਰਨਾ ਹੈ? ਆਪਾਂ ਨੂੰ ਸਟੇਟਮੈਂਟ ਕੀ ਹੁੰਦੀ? ਕਹਿੰਦੇ ਇੱਕ ਰਾਈਟ ਐਂਗਲ ਟ੍ਰਾਇੰਗਲ ਹੋਣਾ ਜ਼ਰੂਰੀ ਹੈ। ਜਦੋਂ ਵੀ ਇੱਕ ਰਾਈਟ ਐਂਗਲ ਟ੍ਰਾਇੰਗਲ ਹੋਏਗਾ ਤਾਂ ਤੁਸੀਂ ਹਾਈਪੋਟੇਨਿਊਜ਼ ਦਾ ਸਕੁਆਇਰ ਜਦੋਂ ਕਰੋਗੇ ਉਹ ਕਿੰਨੇ ਕੋਲ ਆਏਗਾ? ਸਮ ਆਫ ਸਕੁਆਇਰ ਆਫ ਅਦਰ ਟੂ ਸਾਈਡਸ। ਇਹ ਤੁਸੀਂ ਯੂਜ਼ ਬਹੁਤ ਵਾਰੀ ਕੀਤੀ ਹੈ, ਬਟ ਅੱਜ ਆਪਾਂ ਇਹਦਾ ਪ੍ਰੂਫ ਕਰਾਂਗੇ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਦਾ ਵਾਂ ਕਿ ਸਪੋਜ਼ ਇਹ ਰਾਈਟ ਐਂਗਲ ਟ੍ਰਾਇੰਗਲ ਹੈ, ਸਪੋਜ਼ ਇਹ ਰਾਈਟ ਟ੍ਰਾਇੰਗਲ ਹੈ ABC। ਤਾਂ ਸਾਨੂੰ ਪਤਾ ਹੈ ਸਭ ਤੋਂ ਲੌਂਗੈਸਟ ਸਾਈਡ ਨੂੰ ਤੁਸੀਂ ਹਾਈਪੋਟੇਨਿਊਜ਼ ਬੋਲਦੇ ਹੋ। ਆਪਾਂ ਸ਼ਾਰਟ ਵਿੱਚ H ਯੂਜ਼ ਕਰ ਰਹੇ ਹਾਂ। ਜਿਹੜਾ 90 ਡਿਗਰੀ ਬਣਾ ਰਿਹਾ ਉਹਨੂੰ ਤੁਸੀਂ ਬੋਲੋਗੇ ਪਰਪੈਂਡੀਕੂਲਰ। ਸ਼ਾਰਟ ਵਿੱਚ ਅਸੀਂ P ਯੂਜ਼ ਕਰਦੇ ਹਾਂ। ਜਿੰਦੇ ਉੱਤੇ ਪਰਪੈਂਡੀਕੂਲਰ ਬਣਦਾ ਹੈ ਉਹਨੂੰ ਤੁਸੀਂ ਬੇਸ ਬੋਲਦੇ ਹੋ। ਸ਼ਾਰਟ ਵਿੱਚ ਅਸੀਂ B ਯੂਜ਼ ਕਰਾਂਗੇ। ਤਾਂ ਅਕੋਰਡਿੰਗ ਟੂ ਦਿਸ ਥਿਓਰਮ
ਸਾਡੀ ਜਿਹੜੀ ਹਾਈਪੋਟੇਨਿਊਜ਼ ਦਾ ਸਕੁਆਇਰ ਹੈ ਉਹ ਕਿੰਦੇ ਕੋਲ ਹੋਏਗਾ ਬੇਸ ਸਕੁਆਇਰ ਪਲਸ ਪਰਪੈਂਡੀਕੂਲਰ ਸਕੁਆਇਰ। मतलब AC ਦਾ ਸਕੁਆਇਰ ਕਿੰਦੇ ਕੋਲ ਹੋਊਗਾ BC ਸਕੁਆਇਰ ਪਲਸ AB ਸਕੁਆਇਰ ਦੇ। ਸੋ ਇਹ ਸਾਡੀ ਥਿਓਰਮ ਕਹਿੰਦੀ ਹੈ। ਇਸ ਥਿਓਰਮ ਦਾ ਮਤਲਬ ਹੈ ਵੈ ਕਿ ਜਦੋਂ ਵੀ ਇੱਕ ਰਾਈਟ ਐਂਗਲ ਟ੍ਰਾਇੰਗਲ ਦਾ ਮਤਲਬ ਕੀ ਹੈ, ਇੱਕ ਟ੍ਰਾਇੰਗਲ ਜਿੰਦੇ ਵਿੱਚ ਇੱਕ ਐਂਗਲ 90 ਡਿਗਰੀ ਹੈ ਤੇ ਬਾਕੀ ਦੋ ਐਂਗਲ ਆਪਾਂ ਪੜ੍ਹੇ ਹੋਏ ਨੇ 90 ਡਿਗਰੀ ਨਾਲੋਂ ਕੀ ਹੋਣਗੇ, ਘੱਟ ਹੀ ਹੋਣਗੇ। ਤਾਂ ਜਿਹੜੀ ਸਭ ਤੋਂ ਲੌਂਗੇਸਟ ਸਾਈਡ ਹੈ ਜਿਹਨੂੰ ਅਸੀਂ ਬੋਲਦੇ ਹਾਂ ਹਾਈਪੋਟੇਨਿਊਜ਼, ਤਾਂ ਹਾਈਪੋਟੇਨਿਊਜ਼ ਦਾ ਸਕੁਆਇਰ ਕਿੰਦੇ ਕੋਲ ਹੋਊਗਾ ਬੇਸ ਸਕੁਆਇਰ ਪਲਸ ਪਰਪੈਂਡੀਕੂਲਰ ਸਕੁਆਇਰ। ਮਤਲਬ ਅਗਰ ਤੁਸੀਂ ਇੱਕ ਟ੍ਰਾਇੰਗਲ ਲੈ ਰਹੇ ਹੋ ABC ਜੋ ਕਿ B ਬਣ ਰਿਹਾ ਹੈ 90 ਡਿਗਰੀ ਤੇ ਇਹਦੇ ਅਕੋਰਡਿੰਗ ਜੋ AC ਦਾ ਸਕੁਆਇਰ ਹੋਊਗਾ ਉਹ ਹੋਊਗਾ BC ਸਕੁਆਇਰ ਪਲਸ AB ਸਕੁਆਇਰ। ਹੁਣ ਆਪਾਂ ਇਸ ਥਿਓਰਮ ਨੂੰ ਪ੍ਰੂਵ ਕਰਦੇ ਹਾਂ, ਠੀਕ ਹੈ। ਸੋ ਪ੍ਰੂਵ ਕਰਨ ਵਾਸਤੇ ਆਪਾਂ ਅਗੇਨ ਪੁਰਾਣੀ ਵਾਲੀ ਥਿਓਰਮ ਦਾ ਹੈਲਪ ਲਾਂਗੇ। तो मैं एक कंसीडर किया है जो कि मैं तुम्हारे सामने पहले ही बनाया हुआ है। लेट अस कंसीडर अ ट्राइंगल ABC राइट एंगल्ड एट B। सपोज अ परपेंडिकुलर AE इज ड्रॉन ऑन द हाइपोटेन्यूज एज शोन इन फिगर। तो मैं वही चीज लिख रहा, सपोज लेट अ राइट ट्राइंगल राइट एंगल्ड एट B draw a perpendicular BE on AC as shown in figure, जो कि ਤੁਹਾਡੇ ਸਾਹਮਣੇ ਫਿਗਰ में बनाई हुई है। तो ਇਹਦਾ ਪ੍ਰੂਫ ਕਰਨ ਵਾਸਤੇ ਮੈਂ ਕੀ ਕੀਤਾ ਹੈ, ਇੱਕ ਆਪਣੇ ਵੱਲ ਇੱਕ ਰਾਈਟ ਐਂਗਲ ਟ੍ਰਾਇੰਗਲ ਲਿੱਤਾ ਹੈ ABC ਜਿੰਦੇ ਵਿੱਚ B 90 ਡਿਗਰੀ ਹੈ ਤੇ ਇੱਕ ਆਪਾਂ ਖੁਦ ਪਰਪੈਂਡੀਕੂਲਰ ਡਰਾ ਕੀਤੀ ਹੈ BE on AC, ਠੀਕ ਹੈ। ਤਾਂ ਅਸੀਂ ਹੁਣੇ ਹੀ ਰਿਜ਼ਲਟ ਕੀਤਾ ਹੈ ਬਾਈ ਥਿਓਰਮ 6.7 ਦੈਨ ਬਾਈ ਥਿਓਰਮ 6.7 ਅਗੇਨ ਤੁਸੀਂ ਇੱਥੇ ਥਿਓਰਮ 6.7 ਨਹੀਂ ਲਿਖਣਾ, ਤੁਸੀਂ ਪੂਰੀ ਦੀ ਪੂਰੀ ਸਟੇਟਮੈਂਟ ਲਿਖੋਗੇ। ਸਟੇਟਮੈਂਟ ਕੀ ਹੈ, ਇਫ ਅ ਪਰਪੈਂਡੀਕੂਲਰ ਇਜ਼ ਡਰਾਨ from a vertex of a right angle triangle to the hypotenuse, then the triangle on the both sides of a perpendicular are similar to each other and similar to the whole triangle। तो ਆਪਾਂ theorem 6.7 ਦੇ ਨਾਲ ਆ ਰਿਜ਼ਲਟਸ ਬੋਲ ਸਕਦੇ ਹਾਂ ਜੋ ਕਿ ਮੈंने ਹੁਣੇ ਤੁਹਾਨੂੰ ਦੱਸੇ ਨੇ। therefore ਅਸੀਂ ਲਿਖ ਦਾਂਗੇ ਜੋ ਟ੍ਰਾਇੰਗਲ ABC ਹੈ ਉਹ ਵੀ ਹੋ ਗਿਆ ਸਿਮਿਲਰ ਟ੍ਰਾਇੰਗਲ AEB ਦੇ। मतलब ਤੁਹਾਡਾ ਵੱਡੇ ਵਾਲਾ ਟ੍ਰਾਇੰਗਲ ਆ ਛੋਟੇ ਵਾਲੇ ਟ੍ਰਾਇੰਗਲ ਦੇ ਸਿਮਿਲਰ ਹੈ। ਹੁਣ ਸਾਨੂੰ ਸਿਮਿਲੈਰਿਟੀ ਦੀ ਕੰਡੀਸ਼ਨ ਪਤਾ ਹੈ ਕਿ ਦੋ ਫਿਗਰਸ ਕਦੋਂ ਸਿਮਿਲਰ ਹੁੰਦੀਆਂ ਨੇ, ਪਹਿਲੀ ਗੱਲ ਤਾਂ ਉਹਨਾਂ ਦੇ ਕੋਰਸਪੋਂਡਿੰਗ ਐਂਗਲ ਇਕੁਅਲ ਹੋਣ ਔਰ ਦੂਸਰੀ ਗੱਲ ਕੀ ਹੈ ਉਹਨਾਂ ਦੀ ਸਾइड्स ਕੀ ਆਣ ਪ੍ਰੋਪੋਰਸ਼ਨ ਵਿੱਚ ਆਣ। तो मैं वो वाला पार्ट यूज कर रहा साइड्स प्रपोर्शन वाला। तो अगर ये दो ट्राइंगल सिमिलर ने तो इनका मतलब की हो गया कि अपने को साइड्स की आएंगे रेशियो विच, मतलब AB अपॉन AE इज इक्वल टू AC अपॉन AB इज इक्वल टू BC अपॉन BE। तो मैं क्या लिखा है AB अपॉन AE इज इक्वल टू AC अपॉन AB इज इक्वल टू BC अपॉन EB, ठीक है। बट मैनू एक्चुअली टू प्रूव की करना है, अब इतने साइड पे लिख लेने हैं, सानू टू प्रूव की करना है इस पूरी थ्योरम में विचे कि AC दा स्क्वायर किंदे कोल आवे AB स्क्वायर प्लस BC स्क्वायर। सो किसी तरीके नाल आपां नू आ चीज़ प्रूव करनी है कि ਜਿਹੜੀ ਸਾਡੇ ਕੋਲ ਹਾਈਪੋਟੇਨਿਊਜ਼ ਦਾ ਸਕੁਆਇਰ ਹੈ ਉਹ ਕਿੰਦੇ ਕੋਲ ਆ ਜਾਏ ਬੇਸ ਸਕੁਆਇਰ ਪਲਸ ਪਰਪੈਂਡੀਕੂਲਰ ਸਕੁਆਇਰ। ਤਾਂ ਆਪਾਂ ਥਿਓਰਮ 6.7 ਲਗਾਈ ਕਿਉਂਕਿ ਮੈਨੂੰ ਪਤਾ ਹੈ ਕਿ ਇੱਕ ਟ੍ਰਾਇੰਗਲ ਦੇ ਵਿੱਚ ਅਗਰ ਇੱਕ 90 ਡਿਗਰੀ ਤੋਂ ਤੁਸੀਂ ਹਾਈਪੋਟੇਨਿਊਜ਼ ਉੱਤੇ ਪਰਪੈਂਡੀਕੂਲਰ ਡਰਾ ਕਰੋਗੇ ਤਾਂ ਉਹ ਜਿਹੜਾ ਟ੍ਰਾਇੰਗਲ ਆਊਗਾ ਉਹ ਸਿਮਿਲਰ ਹੋਊਗਾ ਵੱਡੇ ਟ੍ਰਾਇੰਗਲ ਦੇ ਉੱਤੇ। ਤਾਂ ਆਪਾਂ ਉਹੀ ਰਿਜ਼ਲਟ ਯੂਜ਼ ਕੀਤਾ। ਹੁਣ ਸਾਨੂੰ ਪਤਾ ਹੈ ਦੋ ਫਿਗਰਸ ਜਦੋਂ ਵੀ ਸਿਮਿਲਰ ਹੁੰਦੀਆਂ ਨੇ ਤਾਂ ਉਹਨਾਂ ਦੀ ਸਾਈਡਸ ਕੀ ਹੁੰਦੀਆਂ ਪ੍ਰਪੋਰਸ਼ਨ ਵਿੱਚ। ਆਪਾਂ ਉਹ ਚੀਜ਼ ਲਿਖੀ ਹੈ। ਸਾਡੇ ਕੋਲ ਕੀ ਆ ਗਿਆ AB अपॉन AE इज इक्वल टू AC अपॉन AB इज इक्वल टू BC अपॉन BE। तो आ चीज़ ਸਾਡੇ ਕੋਲ ਬਣੀ ਹੈ। तो ਇੱਥੋਂ ਦੀ ਆਪਾਂ ਕੀ ਕਰਦੇ ਆ, ਸਿਰਫ और सिर्फ मैं ਇੰਨੀ ਵਾਲੀ ਰੇਸ਼ੋ ਚੱਕ ਰਿਹਾ, ठीक है। उस रेशो ਨੂੰ ਆਪਾਂ ਹਟਾ ਰਹੇ ਹਾਂ ਤਾਂ ਆਪਣੇ ਕੋਲ ਕੀ ਆ ਗਿਆ AB अपॉन AE इज इक्वल टू AC अपॉन AB। क्रॉस मल्टीप्लाई कर दिए ਤਾਂ ਇੱਥੋਂ ਦੀ ਕੀ ਬਣ ਜਾਊਗਾ, ਇਹ ਇਹਦੇ ਨਾਲ ਮਲਟੀਪਲਾਈ ਹੋ ਜਾਊਗਾ ਇਹਦੇ ਨਾਲ। तो ਇੱਥੋਂ ਦੀ ਕੀ ਬਣ ਜਾਊਗਾ ਆਪਣੇ ਕੋਲ AB ਸਕੁਆਇਰ is equal to AE into AC। ਇਹਨੂੰ ਲਿਖ ਦੇਣਾ ਇਕੁਏਸ਼ਨ ਨੰਬਰ 1। तो सब तो पहला मैं की किया कि जदों ਇਹ ट्रायंगल ਵੱਡੇ ਵਾਲਾ सिमिलर सी इस ट्रायंगल ਦੇ
ਤਾਂ ਸਾਨੂੰ ਪਤਾ ਹੈ ਜਦੋਂ ਵੀ ਦੋ ਫਿਗਰ ਸਿਮਿਲਰ ਹੁੰਦੀਆਂ ਨੇ ਤਾਂ ਉਹਨਾਂ ਦੀ ਕੋਰਸਪੋਂਡਿੰਗ ਸਾਈਡਸ ਕੀ ਹੁੰਦੀਆਂ ਨੇ ਰੇਸ਼ੋ ਤੇ। ਰੀਜ਼ਨ ਕੀ ਲਿਖੋਗੇ ਇੱਥੇ CPST, ਕਿਉਂਕਿ ਆਪਾਂ ਨੂੰ ਸਿਮਿਲੈਰਿਟੀ ਦੀ ਡੈਫੀਨੇਸ਼ਨ ਤੋਂ ਪਤਾ ਹੈ। ਆਲਸੋ ਸਾਨੂੰ ਇਹ ਵੀ ਚੀਜ਼ ਹੁਣੇ ਪਤਾ ਹੈ ਕਿ ਜਿਹੜਾ ਵੱਡੇ ਵਾਲਾ ਟ੍ਰਾਇੰਗਲ ਹੈ ABC ਉਹ ਹੋਰ ਕਿੰਨਾ ਸਿਮਿਲਰ ਹੋ ਸਕਦਾ ਹੈ ਛੋਟੇ ਵਾਲੇ ਟ੍ਰਾਇੰਗਲ ਦੇ ਵੀ। ਸੋ ਇਟ ਇਜ਼ ਸਿਮਿਲਰ ਟੂ ਟ੍ਰਾਇੰਗਲ BEC ਆਲਸੋ। ਤਾਂ ਅਗੇਨ ਸਾਨੂੰ ਪਤਾ ਹੈ ਦੋ ਫਿਗਰ ਸਿਮਿਲਰ ਨੇ ਤਾਂ ਕੋਰਸਪੋਂਡਿੰਗ ਸਾਈਡਸ ਕੀ ਆਣਗੀਆਂ ਰੇਸ਼ੋ ਵਿੱਚ। ਇਟ ਮੀਨਸ ਮੈਂ ਲਿਖ ਸਕਦਾ ਇੱਥੇ AB upon BE is equal to BC upon EC is equal to AC upon BC। देखो मैं क्या लिखा AB upon BE is equal to BC upon EC is equal to AC upon BC। ठीक है, ਹੁਣ ਆਪਾਂ ਇਹਦੇ ਵਿੱਚੋਂ ਕਿਹੜੀ ਪ੍ਰੋਪੋਰਸ਼ਨ ਚੱਕ ਰਹੇ ਹਾਂ? ਸਿਰਫ ਆਹ ਵਾਲੀ ਪ੍ਰੋਪੋਰਸ਼ਨ ਚੱਕ ਰਹੇ ਹਾਂ। ਰੀਜ਼ਨ ਕੀ ਲਿਖਾਂਗੇ ਇੱਥੇ ਕਿ ਆਪਾਂ ਇਹ ਕਿਉਂ ਲਿਖਿਆ ਕਿਉਂਕਿ ਸਾਨੂੰ ਪਤਾ ਹੈ CPST ਹੈ। ਸੋ ਮੈਂ ਸਿਰਫ ਆਹ ਵਾਲੀ ਪ੍ਰੋਪੋਰਸ਼ਨ ਚੱਕੀ ਹੈ। ਆਪਣੇ ਕੋਲ ਕੀ ਆ ਗਈ BC upon EC is equal to AC upon BC। ਅਗੇਨ ਇੱਥੇ ਵੀ ਜਿਸ ਤਰੀਕੇ ਨਾਲ ਉੱਪਰ ਕ੍ਰਾਸ ਮਲਟੀਪਲਾਈ ਕੀਤਾ ਸੀ ਉਸ ਤਰੀਕੇ ਨਾਲ ਇੱਥੇ ਵੀ ਕ੍ਰਾਸ ਮਲਟੀਪਲਾਈ ਕਰਦੇ ਹਾਂ। ਤਾਂ ਸਾਡੇ ਕੋਲ ਕੀ ਆ ਜਾਊਗਾ BC ਨਾਲ ਮਲਟੀਪਲਾਈ ਹੋ ਕੇ ਕੀ ਆ ਜਾਊਗਾ BC ਦਾ ਸਕੁਆਇਰ ਤੇ ਨਾਲ ਆ ਜਾਊਗਾ ਪਲੱਸ EC into AC। ਠੀਕ ਹੈ, ਇਹਨੂੰ ਲਿਖ ਦੇਣਾ ਇਕੁਏਸ਼ਨ ਨੰਬਰ 2। ਹੁਣ ਦੇਖੋ ਸਾਨੂੰ ਕੀ ਪ੍ਰੂਵ ਕਰਨਾ ਹੈ AB ਸਕੁਆਇਰ ਪਲੱਸ BC ਸਕੁਆਇਰ ਆਉਣਾ ਚਾਹੀਦਾ AC ਸਕੁਆਇਰ। ਦੇਖੋ ਸਾਡੇ ਕੋਲ AB ਸਕੁਆਇਰ ਦੀ ਵੈਲਿਊ ਆ ਚੁੱਕੀ ਹੈ। ਆ ਦੇਖੋ ਆਪਾਂ ਹੁਣੇ ਜਿਹੜੀ ਇਕੁਏਸ਼ਨ ਨੰਬਰ 1 ਲਿਖੀ ਸੀਗੀ ਉੱਥੋਂ ਦੀ ਸਾਡੇ ਕੋਲ AB ਸਕੁਆਇਰ ਦੀ ਵੈਲਿਊ ਆ ਚੁੱਕੀ ਹੈ ਔਰ ਦੂਸਰੀ ਵਾਲੀ ਦੇ ਵਿੱਚੋਂ ਸਾਡੇ ਕੋਲ BC ਸਕੁਆਇਰ ਦੀ ਵੈਲਿਊ ਆ ਚੁੱਕੀ ਹੈ। ਠੀਕ ਹੈ, ਸਾਨੂੰ ਪ੍ਰੂਵ ਕੀ ਕਰਨਾ ਹੈ AB ਸਕੁਆਇਰ ਔਰ BC ਸਕੁਆਇਰ ਨੂੰ ਜੋੜ ਕੇ ਸਾਡੇ ਕੋਲ ਕੀ ਬਣੇ AC ਸਕੁਆਇਰ। ਅਸੀਂ AB ਸਕੁਆਇਰ ਦੀ ਵੈਲਿਊ ਵੀ ਕੱਢ ਚੁੱਕੇ ਹਾਂ ਤੇ ਅਸੀਂ BC ਸਕੁਆਇਰ ਦੀ ਵੈਲਿਊ ਵੀ ਕੱਢ ਚੁੱਕੇ ਹਾਂ। ਤਾਂ ਆਪਾਂ ਕੀ ਕਰਦੇ ਹਾਂ ਇਹਨਾਂ ਦੋਨਾਂ ਨੂੰ ਐਡ ਕਰਦੇ ਹਾਂ। ਠੀਕ ਹੈ, ਸੋ ਅਸੀਂ ਕੀ ਕਰਦੇ ਹਾਂ ਐਡ ਇਕੁਏਸ਼ਨ 1 ਐਂਡ 2। ਜਦੋਂ ਮੈਂ 1 और 2 ਨੂੰ ਐਡ ਕਰੂੰਗਾ ਦੇਖੋ ਇੱਥੇ ਕੀ ਆ ਜਾਏਗਾ AB ਸਕੁਆਇਰ plus BC square is equal to AE into AC plus EC into AC। दोनों ही जो AC कॉमन निकल रहा है काट देता है। इत्थे क्या आ गया AE plus EC। देखो ਅਸੀਂ ਕੀ ਕੀਤਾ AB ਸਕੁਆਇਰ ਪਲੱਸ BC ਸਕੁਆਇਰ ਕੀਤਾ ਇਹ ਦੋਨਾਂ ਚੀਜ਼ਾਂ ਨੂੰ ਐਡ ਕੀਤਾ ਉਹ ਕਿੰਦੇ ਕੋਲ ਹੈ ਦਿਸ ਪਲੱਸ ਦਿਸ ਉਹੀ ਚੀਜ਼ ਲਿਖੀ ਦੋਨਾਂ ਚੋਂ AC ਕਾਮਨ ਨਿਕਲ ਸੀ ਅਸੀਂ AC ਕਾਮਨ ਕੱਢ ਦਿੱਤਾ ਕੀ ਬਚ ਗਿਆ AE ਪਲੱਸ EC। ਹੁਣ ਦੇਖੋ AE ਪਲੱਸ EC ਦੇ ਨਾਲ ਜੁੜ ਕੇ ਕੀ ਬਣ ਰਿਹਾ AC। ਤਾਂ ਇਹਦਾ ਮਤਲਬ ਆ ਚੀਜ਼ ਵੀ ਕੀ ਆ ਗਈ AC ਹੀ ਆ ਗਈ। ਤਾਂ ਇੱਥੋਂ ਦੀ AC into AC ਕੀ ਆ ਗਿਆ AC ਸਕੁਆਇਰ ਆ ਗਿਆ ਜੋ ਕਿ ਕਿੰਦੇ ਕੋਲ ਆ ਰਿਹਾ AB ਸਕੁਆਇਰ ਪਲੱਸ BC ਸਕੁਆਇਰ। सो इस तरीके नाल साडी थ्योरम की हो गई प्रूफ हो गई कि हाइपोटेन्यूज स्क्वायर इज इक्वल टू बेस स्क्वायर प्लस परपेंडिकुलर स्क्वायर इफ B is 90 डिग्री। सो ਆਪਾਂ ਇਹ ਥਿਓਰਮ ਕੀਤੀ ਹੈ in a right angle triangle the square of hypotenuse is equal to the sum of the square of other two sides। ਤਾਂ ਆਪਾਂ ਕੰਸੀਡਰ ਕੀਤਾ ਇੱਕ ਟ੍ਰਾਇੰਗਲ ਠੀਕ ਹੈ ਉਹਦੇ ਚ ਆਪਾਂ ਇੱਕ ਪਰਪੈਂਡੀਕੂਲਰ ਡਰਾ ਕੀਤਾ। ਸਾਨੂੰ ਪਤਾ ਹੈ ਥਿਓਰਮ 6.7 ਦੇ ਅਕੋਰਡਿੰਗ ਕਿ ਜਦੋਂ ਵੀ ਤੁਸੀਂ ਇੱਕ ਪਰਪੈਂਡੀਕੂਲਰ ਡਰਾ ਕਰੋਗੇ ਇੱਕ ਵਰਟੈਕਸ ਹੋ ਜੋ ਕਿ 90 ਡਿਗਰੀ ਹੈ ਟੂ ਦਾ ਹਾਈਪੋਟੇਨਿਊਜ਼ ਤਾਂ ਇਹ ਜਿਹੜੇ ਦੋ ਟ੍ਰਾਇੰਗਲ ਬਣਨਗੇ ਉਹ ਆਪਸ ਵਿੱਚ ਸਿਮਿਲਰ ਹੋਣਗੇ ਪਲੱਸ ਵੱਡੇ ਵਾਲੇ ਟ੍ਰਾਇੰਗਲ ਦੇ ਵੀ ਸਿਮਿਲਰ ਹੋਣਗੇ। ਤਾਂ ਆਪਾਂ ਉਹੀ ਕੰਡੀਸ਼ਨ ਯੂਜ਼ ਕੀਤੀ ਕਿ ਵੱਡੇ ਵਾਲਾ ਟ੍ਰਾਇੰਗਲ ਇੱਕ ਛੋਟੇ ਵਾਲੇ ਟ੍ਰਾਇੰਗਲ ਮਤਲਬ ਆਹ ਵਾਲੇ ਟ੍ਰਾਇੰਗਲ ਦੇ ਫਿਰ ਦੂਸਰੀ ਵਾਰ ਕਿਹਾ ਕਿ ਵੱਡੇ ਵਾਲਾ ਟ੍ਰਾਇੰਗਲ ਆ ਛੋਟੇ ਵਾਲੇ ਟ੍ਰਾਇੰਗਲ ਦੇ ਵੀ ਸਿਮਿਲਰ ਕਿਉਂਕਿ ਟ੍ਰਾਇੰਗਲ ਸਿਮਿਲਰ ਹੈ ਤਾਂ ਅਸੀਂ ਕਹਿ ਸਕਦੇ ਹਾਂ ਸਾਈਡਸ ਕੀ ਪ੍ਰਪੋਰਸ਼ਨ ਦੇ ਵਿੱਚ ਸਾਡੇ ਕੋਲ ਉੱਥੇ ਇੱਕ ਇਕੁਏਸ਼ਨ 1 ਬਣੀ। ਸੇਮ ਤਰੀਕੇ ਨਾਲ ਅਸੀਂ ਕਿਹਾ ਕਿ ਫਿਰ ਟ੍ਰਾਇੰਗਲ ਸਿਮਿਲਰ ਨੇ ਇੱਕ ਵੱਡਾ ਟ੍ਰਾਇੰਗਲ ਦੂਸਰੇ ਵਾਲੇ ਛੋਟੇ ਟ੍ਰਾਇੰਗਲ ਦੇ ਤਾਂ ਉੱਥੋਂ ਦੀ ਵੀ ਆਪਾਂ ਕੀ ਕਿਹਾ ਕਿ ਟ੍ਰਾਇੰਗਲ ਦੀ ਪ੍ਰਪੋਰਸ਼ਨ ਕੀ ਆਏਗੀ ਸਾਈਡਸ ਦੀ ਇਕੁਅਲ ਉੱਥੋਂ ਦੀ ਇਕੁਏਸ਼ਨ 2 ਬਣੀ। ਫਿਰ ਮੈਂ ਦੇਖਿਆ ਮੈਨੂੰ ਚਾਹੀਦਾ ਕੀ ਸੀ AB ਸਕੁਆਇਰ ਪਲੱਸ BC ਸਕੁਆਇਰ ਸਾਡੇ ਕੋਲ AB ਸਕੁਆਇਰ ਦੀ ਵੈਲਿਊ ਵੀ ਆ ਗਈ BC ਸਕੁਆਇਰ ਦੀ ਵੈਲਿਊ ਆ ਗਈ ਸਿਰਫ ਇਹਨਾਂ ਨੂੰ ਐਡ ਕਰਾਂਗੇ। ਜਦੋਂ ਮੈਂ ਐਡ ਕੀਤਾ ਉੱਥੋਂ ਦੀ AC ਕਾਮਨ ਨਿਕਲ ਆਇਆ ਕੀ ਬਚ ਗਿਆ AE ਪਲੱਸ EC। ਹੁਣ ਦੇਖੋ AE ਪਲੱਸ EC ਨੂੰ ਜਦੋਂ ਐਡ ਕਰੋਗੇ ਤਾਂ ਪੂਰੀ ਦੀ ਪੂਰੀ ਕੀ ਬਣ ਜਾਏਗੀ AC। ਤਾਂ AC into AC ਕੀ ਆ ਗਿਆ AC ਸਕੁਆਇਰ। ਸੋ AC ਸਕੁਆਇਰ ਕਿੰਦੇ ਕੋਲ ਆ ਗਿਆ AB ਸਕੁਆਇਰ ਪਲੱਸ BC ਸਕੁਆਇਰ। ਇਹੀ ਸਾਨੂੰ ਪ੍ਰੂਵ ਕਰਨਾ ਸੀ ਇਸ ਥਿਓਰਮ ਵਿੱਚ। ਅਗਲੀ ਥਿਓਰਮ ਕਰਨ ਜਾ ਰਹੇ ਹਾਂ ਇਸ ਚੈਪਟਰ ਦੀ ਹੈ ਥਿਓਰਮ ਨੰਬਰ 6.9 ਉਹਦੀ ਇੱਕ ਵਾਰੀ ਸਟੇਟਮੈਂਟ ਦੇਖਦੇ ਹਾਂ।
स्टेटमेंट की है, इन अ ट्राइंगल इफ द स्क्वायर ऑफ वन साइड इज इक्वल टू द सम ऑफ द स्क्वायर ऑफ अदर टू साइड देन द ऑपोजिट साइड ऑफ द फर्स्ट साइड इज अ राइट एंगल। तो इनका मतलब की है, कहते अगर साडे कोल एक साइड का स्क्वायर किंदे कोल आ रहा है स्क्वायर ऑफ अदर टू साइड्स, तो जेड़ी पहली वाली साइड सी बिल्कुल उनके ऑपोजिट एंगल जिहड़ा है 90 डिग्री है। मतलब सपोज करो कि साडे कोल एक ट्राइंगल है ए बी सी, सानू बोल रहा है कि ए बी का स्क्वायर को एक साइड लो ए बी, उनका स्क्वायर करके किंदे कोल आ रहा है ए सी स्क्वायर प्लस सी बी स्क्वायर। अगर ये चीज़ आ रही है दैन असी की कहेंगे कि जेडी साइड ए बी है उनके बिल्कुल सामने वाला जोड़ा एंगल है वो 90 डिग्री है। ठीक है, तो उन्हें की बोला है कि अगर तुसी एक साइड का स्क्वायर करते हो वो अगर आ जाता है स्क्वायर ऑफ अदर टू साइड के सम दे इक्वल, तो जी पहली वाली साइड तुसी लिती सी बिल्कुल उनके ऑपोजिट वाला एंगल की होगा 90 डिग्री होगा। हुण जरा आप थ्योरम 6.8 देखिए, उनके की बोला गया सी सानू कि अगर एक ट्राइंगल 90 डिग्री है, जे मैं लवा एक पी क्यू आर, उन्हें पहले की बोला है ऐसी इत्थे बोला ऐसी एंगल क्यू इक्वल टू 90 डिग्री गिवन है, दैन असी कहते सीगे कि पी आर द स्क्वायर इज इक्वल टू क्यू आर द स्क्वायर प्लस पी क्यू द स्क्वायर। ठीक है, सो इस जो आप थ्योरम 6.8 पढ़ी सी और थ्योरम 6.9 विच फर्क की है, थ्योरम 6.8 ਦੇ ਵਿੱਚ ਸਾਨੂੰ ਕੰਡੀਸ਼ਨ ਦਿੱਤੀ ਹੋਈ ਸੀ ਕਿ ਰਾਈਟ ਐਂਗਲ ਟ੍ਰਾਇੰਗਲ ਹੈ, ਤਾਂ ਅਸੀਂ ਕਹਿੰਦੇ ਸੀਗੇ ਕਿ ਹਾਈਪੋਟੇਨਿਊਜ਼ ਦਾ ਸਕੁਆਇਰ ਇਜ਼ ਇਕੁਅਲ ਟੂ ਬੇਸ ਸਕੁਆਇਰ ਪਲਸ ਪਰਪੈਂਡੀਕੂਲਰ ਸਕੁਆਇਰ। ਬਟ ਇਸ ਕੇਸ ਵਿੱਚ ਕੀ ਬੋਲਿਆ ਗਿਆ ਕਿ ਇੱਕ ਟ੍ਰਾਇੰਗਲ ਹੈਗਾ, ਇੱਕ ਟ੍ਰਾਇੰਗਲ ਹੈ ਜਿੰਦੇ ਵਿੱਚ ਇੱਕ ਸਾਈਡ ਦਾ ਸਕੁਆਇਰ इज इक्वल टू सम ऑफ द अदर टू साइड्स है, तो सानू प्रूव करना है कि यह एंगल की है 90 डिग्री। सो थ्योरम 6.8 और थ्योरम 6.9 विच इन्ना को फर्क है कि इत्थे एक एंगल 90 डिग्री गिवन सी, आपां प्रूव कीता सीगा कि हाइपोटेन्यूज दा स्क्वायर इज इक्वल टू बेस स्क्वायर प्लस परपेंडिकुलर स्क्वायर, ओंदे सानू स्क्वायर्स मतलब एक साइड दा स्क्वायर इक्वल टू द स्क्वायर ऑफ अदर टू साइड दे सम दे इक्वल दिता होया है, सानू प्रूव करना है कि एंगल की है 90 डिग्री। सो यह फर्क है थ्योरम 6.8 और थ्योरम 6.9 दे विच। हुण आपां प्रूव करन जा रहे हैं थ्योरम 6.9। सो थ्योरम 6.9 जो आपां प्रूव करनी है, अगेन मैं लेट करता वा, लेट अ ट्रायंगल ABC such that AC square is equal to AB square प्लस BC square। मतलब मैं एक ट्राइंगल इदा का बनया है जो कि राइट एंगल है कि नहीं सानू नहीं पता, अगर राइट एंगल होंदा तो पक्की गल है 90 डिग्री, अगर राइट एंगल नहीं है तो आप इत्थे 90 डिग्री नहीं बनावांगे। आप एक ट्राइंगल बनाया है ABC और आप की क्या है कि AC का स्क्वायर किंदे कोल है BC स्क्वायर प्लस AB स्क्वायर। सो सानू टू प्रूव की करना है, सानू टू प्रूव करना है कि एंगल ABC की आ जाए 90 डिग्री। मतलब जेडी पहली वाली साइड जेडी तुसी लिखा AC का स्क्वायर इज इक्वल टू BC स्क्वायर प्लस AC स्क्वायर, तो AC दे बिल्कुल ऑपोजिट वाला एंगल की आ जाए 90 डिग्री आ जाए। तो मतलब इन्हों टू प्रूव की करना है एंगल ABC की आवे 90 डिग्री आवे। हुण इन्हों प्रूव करने वास्ते आपां की करांगे कंस्ट्रक्शन। कंस्ट्रक्शन की कर रहे हैं, कंस्ट्रक्ट a right angled triangle PQR। सपोज एक ਆਪਾਂ ट्रायंगल बनाने हैं PQR such that BC equal to PQ होवे ते AB equal to QP होवे। सपोज मैं हुणे तुहानू दसदा, मैं एक अपने वालों ट्रायंगल कंस्ट्रक्ट किया है, एक PQR ट्रायंगल कंस्ट्रक्ट किया है PQR, Q 90 डिग्री मतलब एक राइट एंगल ट्रायंगल असी कंस्ट्रक्ट किया है। PQR एक राइट एंगल ट्रायंगल है जिथे Q की है 90 डिग्री, बट जेडी साइड की दो लेंथ ने इक्वल ने, मतलब जिन्नी BC लेंथ लै रहे हो उन्नी तुसी QR लेंथ लै रहे हो, तो जिन्नी तुसी AB लेंथ लै रहे हो उन्नी तुसी PQ लेंथ लै रहे हो। इस तरीके का आप ट्रायंगल कंस्ट्रक्ट किया है कि एक ट्रायंगल है PQR जिंदे विच Q 90 डिग्री आप खुद मन्निया, तो जिन्नी साइड BC सी उन्नी साइड का आप QR लेंथ मन्नी है, तो जिन्नी साइड AB सी उन्नी साइड का आप PQ मन्ना है। मैं यही चीज़ लिखी है कि कंस्ट्रक्ट किया राइट एंगल ट्रायंगल
ਇੱਥੇ ਤੁਸੀਂ ਲਿਖ ਸਕਦੇ ਹੋ ਰਾਈਟ PQR ਜਿੰਦੇ ਵਿੱਚ ਆਪਾਂ ਇੱਕ ਕੰਸਟਰਕਟ ਕੀਤਾ ट्रायंगल PQR जिंदे विच असी कह दिता कि एंगल Q की है 90 डिग्री ते नालों नाल असी की क्या है कि जिन्नी BC लेंथ है उन्नी ही अपने कोल इत्थे QR लेंथ है। आपां इह मन्निया जिन्नी BC लेंथ है उत्थे इन्नी QR लेंथ है ते जिन्नी AB लेंथ है उन्नी अपने कोल PQ लेंथ है। तो इस तरीके दा असी ट्रायंगल कंस्ट्रक्ट कीता है। ठीक है, पहला आपां नूं प्रूव की करना है कि एंगल B की आवे 90 डिग्री। उन्होंने प्रूव करने वास्ते अपने वालों एक ट्रायंगल कंस्ट्रक्ट किया है PQR जो कि राइट एंगल्ड है। जिन्नी BC लेंथ है उन्नी QR लेंथ है और जिन्नी AB लेंथ है उन्नी ही अपने कोल PQ लेंथ है। तो हुण आपां चलदे हां प्रूफ दे विच। प्रूफ दे विच मैं स्टार्ट करदा वां ओ वाले ट्रायंगल तो जो कि आपां कंस्ट्रक्ट कीता है उत्थों दे देखदे की रिजल्ट बन सकदा है। तो आपां देखदे हां इन ट्रायंगल PQR एंगल Q की है 90 डिग्री है। हुण आपां हुणे रिवाइज कीती है थ्योरम 6.8। ਆਪਾਂ ਨੂੰ ਪਤਾ ਹੈ ਜਦੋਂ ਵੀ ਇੱਕ ਰਾਈਟ ਐਂਗਲ ਟ੍ਰਾਇੰਗਲ ਹੋਵੇ ਜਿੰਦੇ ਵਿੱਚ ਇੱਕ ਐਂਗਲ 90 ਡਿਗਰੀ ਹੈ ਤਾਂ ਸਾਨੂੰ ਪਤਾ ਹੈ ਪਾਇਥਾਗੋਰਸ ਥਿਓਰਮ ਵੈਲਿਡ ਹੁੰਦੀ ਹੈ ਜਿੰਦੇ ਅਕੋਰਡਿੰਗ ਤੁਸੀਂ ਬੋਲੋਗੇ ਹਾਈਪੋਟੇਨਿਊਜ਼ ਦਾ ਸਕੁਆਇਰ ਇਜ਼ ਇਕੁਅਲ ਟੂ ਬੇਸ ਸਕੁਆਇਰ ਪਲੱਸ ਪਰਪੈਂਡੀਕੂਲਰ ਸਕੁਆਇਰ। तो therefore ਆਪਾਂ ਇੱਥੇ ਲਿਖ ਦਾਂਗੇ ਬਾਈ ਥਿਓਰਮ 6.8 क्योंकि ਅਸੀਂ ਕੀ ਕਿਹਾ ਕਿ ਜਿਹੜਾ ਮੈਂ ਟ੍ਰਾਇੰਗਲ PQR ਕੰਸਟਰਕਟ ਕੀਤਾ ਹੈ ਉਹਦੇ ਵਿੱਚ ਇਹ ਐਂਗਲ 90 ਡਿਗਰੀ ਹੈ ਤਾਂ ਆਪਣੀ ਥਿਓਰਮ 6.8 ਕੀ ਕਹਿੰਦੀ ਹੈ कि हाइपोटेन्यूज स्क्वायर किंदे कोल होगा बेस स्क्वायर प्लस परपेंडिकुलर स्क्वायर। तो मैं वही चीज लिखनी है इत्थे हाइपोटेन्यूज स्क्वायर मतलब PR दा स्क्वायर इज इक्वल टू बेस स्क्वायर मतलब QR दा स्क्वायर प्लस परपेंडिकुलर मतलब PQ दे स्क्वायर दे इक्वल। तो ये साडे कोल रिजल्ट आया थ्योरम 6.8 लगा के ऑन अ ट्रायंगल जो कि आपां खुद कंस्ट्रक्ट कीता है। बट सानू पता है कि अपने कोल जेडी QR लेंथ है वो किंदे कोल है BC लेंथ दे इक्वल। तो मैं इत्थे लिख देना वा BC QR की जगह असीं की लिख दिता BC। ऐदा ही जिहड़ी अपने कोल PQ लेंथ है उनकी जगह आपां की लिख सकते हैं AB। ये क्यों लिखांगे क्योंकि आपां की कही है कंस्ट्रक्शन ही इस तरीके की कीती है। बाय कंस्ट्रक्शन असीं कह दिता कि साडे कोल जिहड़ी PR स्क्वायर की वैल्यू आ रही है क्योंकि अपने कोल QR BC दे इक्वल सी तो इस करके मैं QR नूं BC दे इक्वल लिखा और जिहड़ी PQ लेंथ सी वो अपनी AB दे इक्वल सी इस करके मैं AB स्क्वायर लिखा। एनू लिख देने इक्वेशन नंबर 1। ठीक है, ऑल्सो हुण आपां नूं जो गिवन है वो भी आपां यूज करिए। सानू की गिवन है कि AC स्क्वायर इज इक्वल टू AB स्क्वायर प्लस BC स्क्वायर। तो मैं बिल्कुल अंदर थले लिखना AC स्क्वायर इज इक्वल टू BC स्क्वायर प्लस AB स्क्वायर। ये कित्थों आई ये आपां नूं गिवन सीगा तो एनू लिख देना इक्वेशन नंबर 2। ठीक है, एक तो आपां कंस्ट्रक्शन तो बनाई है जिंदे उत्ते थ्योरम 6.8 लगाई सीगी उत्थों दी इक्वेशन आई। एक इक्वेशन सानू गिवन ही सीगी सानू गिवन सीगा कि स्क्वायर ऑफ वन साइड इज इक्वल टू द सम ऑफ स्क्वायर्स ऑफ अदर टू साइड्स वो गिवन सी। हुण आपां देखिए इत्थे साडे कोल दोनों राइट साइड इक्वल आ रही हैं इट मीन साडियां लेफ्ट साइड्स भी की होणगियां इक्वल होणगियां। सो आपां इत्थों लिखांगे फ्रॉम 1 and 2 अपने कोल PR दा स्क्वायर किंदे कोल आ गया AC स्क्वायर दे इक्वल। अगर स्क्वायर स्क्वायर कट्टे जान तो आप कह देंगे कि जिहड़ी PR लेंथ है वो भी किंदे कोल आ गई AC लेंथ दे। इट मीनस अपने कोल जिहड़ी थर्ड साइड है वो आप प्रूव कर दी कि आ भी की आ रही ने इक्वल आ रही ने। ठीक है, सो असी जो कंस्ट्रक्ट किया सी उहदे च आपां की क्या सी BC लेंथ QR लेंथ इक्वल ते AB लेंथ PQ लेंथ इक्वल। बट हुणे आपां प्रूव कर दिता कि जिहड़ी थर्ड साइड्स ने वो भी की आ रही ने इक्वल आ रही ने। तो हुण आपां ट्रायंगल चकदे आ इन ट्रायंगल ABC एंड ट्रायंगल PQR। पहला आपां लिख दांगे BC इज इक्वल टू QR ते नाल ही आपां लिख दांगे AB इज इक्वल टू PQ क्योंकि यह आपां कित्थों दी लिती है कंस्ट्रक्शन तो सो बाय कंस्ट्रक्शन। और नाल ही आपां हुणे कीता है जिहड़ी AC लेंथ है वो किंदे कोल है PR लेंथ दे। इत्थे तुसीं लिखोगे प्रूव्ड अबव। सो तीन कंडीशन जो हो जाए ना तो ट्रायंगल की हो गया कॉन्ग्रेंट हो गया। सो ABC इज कॉन्ग्रेंट टू ट्रायंगल PQR और इनू कॉन्ग्रेंसी नू तुसीं की बोलते हो S कॉन्ग्रेंसी। अगर दो ट्रायंगल कॉन्ग्रेंट हो जान तो इट मीनस उन्हां दे एंगल भी की ने इक्वल ने। देयरफॉर असी लिख देंगे कि एंगल B किंदे कोल है एंगल Q दे और एंगल Q की सी 90 डिग्री सी
सो अपने को प्रूव हो गया कि एंगल बी की है 90 डिग्री। इस तरीके ਨਾਲ ਅਸੀਂ थ्योरम 6.9 प्रूव ਕੀਤੀ है। एक बार दोबारा तो देखो, ਆਪਾਂ ਨੂੰ ਗਿਵਨ ਸੀ ਇੱਕ ट्रायंगल, ठीक है, ਉਹਦੇ ਵਿੱਚ ਗਿਵਨ ਸੀਗਾ ਕਿ ਇੱਕ ਸਾਈਡ ਦਾ ਸਕੁਆਇਰ ਸਮ ਆਫ ਦ ਸਕੁਆਇਰਸ ਆਫ ਅਦਰ ਟੂ ਸਾਈਡ ਹੈ। ਸਾਨੂੰ ਪ੍ਰੂਵ ਕਰਨਾ ਹੈ ਕਿ ਇਸ ਸਾਈਡ ਦੇ ਬਿਲਕੁਲ ਆਪੋਜ਼ਿਟ ਐਂਗਲ ਕੀ ਆਵੇ, 90 ਡਿਗਰੀ ਆਵੇ। ਸਾਨੂੰ ਇਹ ਚੀਜ਼ ਪ੍ਰੂਵ ਕਰਨੀ ਸੀ। ਤਾਂ ਮੈਂ ਕੀ ਕੀਤਾ, ਕੰਸਟਰਕਸ਼ਨ ਕੀਤੀ, ਇੱਕ ਟ੍ਰਾਇੰਗਲ ਬਣਾਇਆ PQR ਜਿੰਦੇ ਵਿੱਚ Q 90 ਡਿਗਰੀ ਸੀਗਾ। ਤੇ ਅਸੀਂ ਕੀ ਕੀਤਾ, ਜਿੰਨੀ BC ਸਾਈਡ ਸੀ ਉਨੀ ਸਾਈਡ ਆਪਾਂ QR ਲਿੱਤੀ ਹੈ ਤੇ ਜਿੰਨੀ AB ਸਾਈਡ ਸੀ ਉਨੀ ਸਾਈਡ ਦਾ ਅਸੀਂ PQ ਲਿੱਤਾ। ਤਾਂ ਆਪਾਂ ਕੀ ਲਗਾਇਆ, ਸਾਨੂੰ ਪਤਾ ਹੈ ਕਿ ਕਿਉਂਕਿ ਕੰਸਟਰਕਸ਼ਨ ਵਾਲੇ ਟ੍ਰਾਇੰਗਲ ਦੇ ਵਿੱਚ Q 90 ਡਿਗਰੀ ਹੈ ਤਾਂ ਥਿਓਰਮ 6.8 ਵੈਲਿਡ ਹੈ। क्योंकि अपन पता है थ्योरम 6.8 की कहती है इन राइट एंगल ट्रायंगल सम ऑफ द स्क्वायर्स ऑफ अदर टू साइड इज इक्वल टू द स्क्वायर ऑफ हाइपोटेन्यूज। तो मैं वही चीज़ लिखी कि हाइपोटेन्यूज स्क्वायर इज इक्वल टू बेस स्क्वायर प्लस परपेंडिकुलर स्क्वायर। बट QR तो BC के इक्वल है और PQ किन इक्वल है, AB के इक्वल, क्योंकि अपन गिवन सी। तो अपने कोल क्या आ गया, PR स्क्वायर इज इक्वल टू BC स्क्वायर प्लस AB स्क्वायर। नाल ही अपन आ चीज़ गिवन सी, ਉਹਦੇ ਨਾਲ ਇਹਨੂੰ ਇਕੁਏਟ ਕੀਤਾ, ਸਾਡੇ ਕੋਲ ਕੀ ਆ ਗਿਆ, PR AC ਦੇ ਇਕੁਅਲ। ਮਤਲਬ ਪਹਿਲਾਂ ਅਸੀਂ ਜੋ ਅਸਿਊਮ ਕੀਤਾ ਸੀ ਇਹ ਸਾਈਡ ਉਸ ਸਾਈਡ ਦੇ ਇਕੁਅਲ ਔਰ ਇਹ ਸਾਈਡ ਉਸ ਸਾਈਡ ਦੇ ਇਕੁਅਲ, ਆਪਾਂ ਕੋਲ ਇਹ ਵੀ ਪ੍ਰੂਵ ਹੋ ਗਿਆ ਕਿ ਜਿਹੜੀ ਥਰਡ ਸਾਈਡ ਹੈ ਉਹ ਵੀ ਕੀ ਆ ਗਈਆਂ ਇਕੁਅਲ। तो ਇਹਦਾ मतलब तीनों साइड्स इक्वल ने। सो दोनों ट्रायंगल की हो गए कॉन्ग्रेंट। अगर दो ट्रायंगल कॉन्ग्रेंट हो ਇਹਦਾ मतलब ਉਹਨਾਂ ਦੇ एंगल भी की ने इक्वल। इट मीन्स अगर Q 90 डिग्री है तो B भी की हो गया 90 डिग्री। तो इस तरीके ਨਾਲ थ्योरम 6.9 ਦਾ ਆਪਾਂ ਪ੍ਰੂਵ ਕਰ ਦਿਆ कि एंगल BAC की आ रहा है 90 डिग्रीज। सो स्टूडेंट्स ਆਪਾਂ थ्योरम 6.7 पढ़ी है, 6.8 पढ़ी है ਤੇ 6.9 पढ़ी है। ਉਹਨਾਂ ਦੀ ਸਟੇਟਮੈਂਟ ਉਹਨਾਂ ਦੇ ਪ੍ਰੂਫ ਵੀ ਕਰ ਲਿੱਤੇ ਨੇ। ਹੁਣ ਆਪਾਂ ਉਹਨਾਂ ਦੇ ਬੇਸਿਸ ਤੇ ਕੁਝ ਕੁਐਸਚਨ ਟਰਾਈ ਕਰਦੇ ਹਾਂ। तो सब तो पहला क्वेश्चन है, अगेन सानू फिगर दी हुई है इस ट्रायंगल की। एक ट्रायंगल है ABC, उन्हें बोला इन अ फिगर ACB इक्वल टू 90 डिग्री। तो असं मार्क कर देने ACB आ रहा है, AB 90 डिग्री दिता है सानू। नाल ही बोलिया CD इज परपेंडिकुलर टू AB, तो CD परपेंडिकुलर है AB दे। सानू प्रूव करना है BC स्क्वायर अपॉन AC स्क्वायर इज इक्वल टू BD अपॉन AD। तो जिद्दां ही तुहानू नज़र आंदा है एक परपेंडिकुलर तो एक परपेंडिकुलर बनाया जाए तो केड़ी थ्योरम लग सकती है, थ्योरम 6.7 जो कि असी पढ़ी सीगी कि अगर तुसी एक परपेंडिकुलर तो हाइपोटेन्यूज उत्ते, क्योंकि तुहानू पता है अगर ए परपेंडिकुलर है तो आ की होगा हाइपोटेन्यूज, आ होगा बेस ते आ होगा परपेंडिकुलर। ठीक है, अगर तुसी एक परपेंडिकुलर एक 90 डिग्री वाले वर्टेक्स तो एक परपेंडिकुलर ड्रॉ कर दियो हाइपोटेन्यूज उत्ते तो थ्योरम 6.7 की बोलती है बाय थ्योरम 6.7 सन पता है कि यह दोनों ट्रायंगल आपस में सिमिलर होंगे, प्लस आ वाला ट्रायंगल बड़े वाले ट्रायंगल दे सिमिलर होगा, प्लस ये छोटे वाले ट्रायंगल भी बड़े वाले ट्रायंगल दे सिमिलर होएगा। तो इट मीन्स जेड़ा तुहाडा ट्रायंगल है ACB वो किंदे सिमिलर हो जाएगा, ट्रायंगल ADC दे भी, एंड जेड़ा तुहाडा ट्रायंगल है ACB वो किंदे सिमिलर हो जाऊगा, नालों नाल वो ट्रायंगल ADB दे भी सिमिलर हो जाएगा। यही आप थ्योरम 6.7 पढ़ी सी, क्योंकि थ्योरम 6.7 की स्टेटमेंट की बोलती है इन अ राइट एंगल ट्रायंगल इफ अ परपेंडिकुलर इज ड्रॉन फ्रॉम अ वर्टेक्स ऑफ अ राइट एंगल टू हाइपोटेन्यूज ऑफ दैट ट्रायंगल देन इट डिवाइड्स द ट्रायंगल into two similar triangles and the triangles are also similar to the bigger one also। तो ਆਪਾਂ ਉਹੀ ਚੀਜ਼ ਯੂਜ਼ ਕੀਤੀ। ਮੈਨੂੰ ਕਿੱਦਾਂ ਆਇਡੈਂਟੀਫਾਈ ਹੋਇਆ ਕਿ ਇੱਥੇ ਥਿਓਰਮ 6.7 ਲੱਗਣੀ ਹੈ, ਕਿਉਂਕਿ ਮੈਂ ਉਹਦੀ ਸਟੇਟਮੈਂਟ ਅੱਛੀ ਤਰੀਕੇ ਨਾਲ ਪੜ੍ਹੀ ਸੀ। ਮੈਨੂੰ ਪਤਾ ਲੱਗ ਗਿਆ ਕਿ ਐਂਗਲ 90 ਡਿਗਰੀ ਹੈ, ਉੱਥੋਂ ਦੀ ਹੀ ਪਰਪੈਂਡੀਕੂਲਰ ਡਰਾ ਕਰ ਰਿਹਾ ਹਾਈਪੋਟੇਨਿਊਸ ਉੱਤੇ। ਤਾਂ ਇਹੀ ਕੰਡੀਸ਼ਨ ਹੁੰਦੀ ਸੀ ਥਿਓਰਮ 6.7 ਲਗਾਉਣ ਵਾਸਤੇ ਕਿ 90 ਡਿਗਰੀ ਤੋਂ ਤੁਸੀਂ ਪਰਪੈਂਡੀਕੂਲਰ ਡਰਾ ਕਰੋ ਉਸੇ ਟ੍ਰਾਇੰਗਲ ਦੇ ਹਾਈਪੋਟੇਨਿਊਸ ਉੱਤੇ, ਤਾਂ ਅਸੀਂ ਕਹਿ ਦਾਂਗੇ ਕਿ ਜਿਹੜੇ ਦੋ ਟ੍ਰਾਇੰਗਲ ਬਣਨਗੇ ਉਹ ਵੱਡੇ ਵਾਲੇ ਟ੍ਰਾਇੰਗਲ ਦੇ ਕੀ ਹੋਣਗੇ, ਸਿਮਿਲਰ ਹੋਣਗੇ। ਤਾਂ ਆਪਾਂ ਪ੍ਰੂਫ ਸਟਾਰਟ ਕਰਦੇ ਆ ਇਸ ਕੁਐਸਚਨ ਦਾ। ਗਿਵਨ ਲਿਖਾਂਗੇ ਪਹਿਲਾਂ ਆਪਾਂ। तो गिवन की है एंगल ACB इक्वल्स टू 90 डिग्री ਤੇ ਨਾਲੋਂ ਨਾਲ ਸਾਨੂੰ ਦਿੱਤਾ एंगल D भी 90 डिग्री। ਸਾਨੂੰ ਇਹ ਚੀਜ਼ ਗਿਵਨ ਹੈ। ਆਪਾਂ ਹੁਣ ਆਪਾਂ ਨੂੰ ਟੂ ਪ੍ਰੂਵ ਕੀ ਕਰਨਾ ਹੈ, ਟੂ ਪ੍ਰੂਵ ਕਰਨਾ ਹੈ कि BC ਦਾ ਸਕੁਆਇਰ ਅਪੋਨ AC ਦਾ ਸਕੁਆਇਰ ਇਜ਼ ਇਕੁਅਲ ਟੂ BD ਅਪੋਨ AD। ਇਹ ਚੀਜ਼ ਸਾਨੂੰ ਟੂ ਪ੍ਰੂਵ ਕਰਨੀ ਹੈ। ਤਾਂ ਆਪਾਂ ਪ੍ਰੂਫ ਦੇ ਵਿੱਚ ਸਟਾਰਟ ਕਰਦੇ ਹਾਂ। ਪ੍ਰੂਫ ਦੇ ਵਿੱਚ ਤਾਂ ਪ੍ਰੂਫ ਦੇ ਵਿੱਚ ਕਿੱਦਾਂ ਲਿਖਾਂਗੇ, थ्योरम 6.7 अगेन तुसी इत्थे थ्योरम 6.7 नहीं लिखनी, तुसी पूरी दी पूरी स्टेटमेंट लिखोगे थ्योरम 6.7 दी, जो कि मैं तुहानू पहले ही नोट कराई हुई है।
सो बाय थ्योरम 6.7 तुसी कह दोगे कि ट्रायंगल ACB जो है वो सिमिलर हो गया ट्रायंगल ADC दे। अगर दो ट्रायंगल सिमिलर होन तो इहदा मतलब उन्हां दी साइड्स भी की आन गया रेशियो विच। इट मीन्स मैं लिख सकता वा AC अपॉन AD इज इक्वल टू BC अपॉन DC इज इक्वल टू AB अपॉन AC। देखो मैं क्या लिखा AC अपॉन AD इज इक्वल टू BC अपॉन DC इज इक्वल टू AB अपॉन AC। ठीक है, हुण सानू चाहिदा कि है AC स्क्वायर। देखो AC स्क्वायर कितना होगा जे तुसी आ वाली टर्म लोगे ते नाल आ वाली टर्म लोगे। ये कित्थों दी आई है, तुसी इत्थे लिखोगे CPST। तो तुसी केड़ियां दो टर्म्स लैनियां ने, आ दो टर्म्स भी इक्वेट करदे आ। आपां लिखांगे AC अपॉन AD इज इक्वल टू AB अपॉन AC। नाउ क्रॉस मल्टीप्लाई कर दिए, जो क्रॉस मल्टीप्लाई करोगे इत्थे क्या आ जाएगा AC स्क्वायर इज इक्वल टू AD इंटू AB। इनू लिख देना इक्वेशन नंबर 1। तो इसी तरीके नाल आपां फिर थ्योरम 6.7 लगाने आ। असीं कहांगे जिहड़ा वड्डे वाला ट्रायंगल है ACB वो सिमिलर होगा छोटे वाले ट्रायंगल, इनका नाम की है CDB। तो इत्थे आपां लिखांगे CDB। ठीक है, सो ये दोनों ट्रायंगल भी हो गए सिमिलर बाय थ्योरम 6.7। सानू पता है जो भी दो ट्रायंगल सिमिलर होंदे ने तो उन्हां दी साइड्स भी क्या आनगियां रेशियो विच। इट मीन्स AC अपॉन CD इज इक्वल टू CB अपॉन CB, CB अपॉन DB इज इक्वल टू AB अपॉन BC। ठीक है, तो ਆਪਾਂ ਕੀ किया दो ट्रायंगल की हो गए सिमिलर, उस हिसाब नाल AC अपॉन CD इज इक्वल टू BC अपॉन DB इज इक्वल टू AB अपॉन CB। हुण देखो सानू एक AC स्क्वायर की वैल्यू तो असीं कर चुके होए आ, सानू किहड़ी वैल्यू चाहिए BC स्क्वायर। तो साडी BC स्क्वायर की वैल्यू कित्थों आएगी जो तुसीं यह दो टर्म्स नू क्रॉस मल्टीप्लाई करोगे। इट मीनस सानू किहड़ियां दो टर्म्स यूज करनियां चाहिए ने, सिर्फ और सिर्फ आ वालियां। इट मीनस मैं इत्थे लिखूंगा BC अपॉन DB इज इक्वल टू AC अपॉन BC। सो अगेन क्रॉस मल्टीप्लाई करते हैं, इत्थों दी आ जाएगा BC स्क्वायर इज इक्वल टू DB इंटू AC। सो इन्हों लिख देना इक्वेशन नंबर 2। साडे कोल इक्वेशन 1 भी आ गई है, इक्वेशन 2 भी आ गई है। इक्वेशन 1 के अकॉर्डिंग जी AC स्क्वायर है वो किंदे कोल है AD इंटू AB, और उनके अकॉर्डिंग साडे कोल जी BC स्क्वायर आ रही है वो कितनी आ रही है DB इंटू AC। तो हुण आपां वैल्यूज़ नूं इत्थे यूज़ करांगे, दोनों इक्वेशनस नूं असीं डिवाइड करांगे, साडे कोल प्रूफ हो जाएगा। तो करदे आपां प्रूफ। सो आपां की करदे आ 2 नूं डिवाइड करदे आ 1 दे नाल। जदों मैं 2 नूं लिखूंगा इत्थे आ जाएगा BC स्क्वायर अपॉन AC स्क्वायर। ठीक है, तो BC स्क्वायर की वैल्यू कितनी है अपने को DB इंटू AB, और इत्थे अपने को वैल्यू है AD इंटू AB। तो AB नाल AB कैंसिल हो गया, साडे कोल की प्रूव हो गया कि BC स्क्वायर अपॉन AC स्क्वायर इज इक्वल टू DB अपॉन AD। यही चीज़ सानू प्रूफ करनी सी। सो साडे कोल क्या आ गया प्रूफ। तो इत्थे मैं लिख दूंगा हैंस प्रूफ। क्लियर। तो आपां की कीता, आपां नूं दित्ता होया सी ACB 90 डिग्री अपॉन 90 डिग्री बनाया। जिद्दां ही मैंने देखा कि 90 डिग्री तो परपेंडिकुलर ड्रॉ हो रहा है, तो आपां की लगा सकते हैं थ्योरम 6.7। उनके अकॉर्डिंग जिहड़ा वड्डे वाला ट्रायंगल है ACB वो एक छोटे वाले ट्रायंगल ADC दे इक्वल है, सिमिलर है सॉरी। तो उत्थों दी आपां कह देंगे कॉन्ग्रेंट पार्ट ऑफ सिमिलर ट्रायंगल दे नाल साइड्स की आ गया रेशियो दे इक्वल। जो साइड्स रेशियो दे इक्वल आईयां उत्थों मैं AC स्क्वायर की वैल्यू कढ ली जो कि आई AD इंटू AB। सेम तरीके दे नाल फिर मैं कहा कि जिहड़ा वड्डे वाला ट्रायंगल है ये छोटे वाले ट्रायंगल दे सिमिलर है, उत्थों भी असी CPST लगाई, उत्थों दी मेरे को BC स्क्वायर की वैल्यू आ गई DB इंटू AB। सानू चाहिदा की सीगा BC स्क्वायर अपॉन AC स्क्वायर। इट मीनस 2 नूं आपां डिवाइड करिए 1 दे नाल। जदों मैं 2 नूं 1 दे नाल डिवाइड किया AB और AB कट्टिया गया, साडे कोल की बच गया DB अपॉन AD जो कि साडी की सीगी राइट हैंड साइड सी। सो लेफ्ट साइड राइट साइड दे इक्वल आ गई। तो अपना जो रिजल्ट प्रूव करने वास्ते बोला सी वो प्रूफ हो गया। सो स्टूडेंट्स आज आपां थ्योरम 6.7 6.8 ਤੇ 6.9 पढ़ी है। एक बार उनके प्रूफ में चंगी तरह देखना। अज आप उन्होंने बेसिस ते सिर्फ एक क्वेश्चन किया जिंदे उत्ते थ्योरम 6.7 लग रही सी। अगली क्लास दे विच आपां कुछ होर क्वेश्चन करांगे थ्योरम 6.7 6.8 ते 6.9 दे बेसिस ते। तो तुसीं एक बार इनू रिवाइज जरूर कर लेना। अज दा टॉपिक आपां इत्थे ही खत्म करते हैं। धन्यवाद।